ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਰੋ ਸੰਧੂ ਔਰ ਖਬਰਾਂ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਾਫਲੇ ਤੋਂ, ਜੋ ਕੱਲ ਮੋਹਾਲੀ ਤੋਂ ਚੱਲ ਕੇ ਪਹੁੰਚਣਾ ਚਾਹੁੰਦਾ ਸੀ ਯੂਪੀ, ਪਰ ਰੋਕ ਲਿਆ ਗਿਆ ਰਾਹ ਦੇ ਵਿੱਚ। ਸੋ ਥੋੜੀ ਦੇਰ ਦੇ ਵਿੱਚ ਉੱਤਰਾਖੰਡ ਤੋਂ ਲਖੀਮਪੁਰ ਲਈ ਰਵਾਨਾ ਹੋਣਗੇ। ਸਿੱਧੂ ਦਾ ਕਾਫਲਾ ਰਵਾਨਾ ਹੋਵੇਗਾ। ਸਿੱਧੂ ਦੇ ਨਾਲ ਕਈ ਮੰਤਰੀ ਅਤੇ ਵਿਧਾਇਕ ਵੀ ਜਿਹੜੇ ਨੇ ਉਹ ਕੂਚ ਕਰਨਗੇ ਔਰ ਕੱਲ ਯੂਪੀ ਬਾਰਡਰ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ। ਸਭ ਨੇ ਵੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਧੱਕਾ ਮੁੱਕੀ ਹੋਈ, ਬੈਰੀਕੇਡ ਜਿਹੜੇ ਨੇ ਆਪਣੀ ਥਾਂ ਤੋਂ ਹਟਾਏ ਗਏ ਔਰ ਕਿਸ ਤਰ੍ਹਾਂ ਦੇ ਨਾਲ ਨਾਅਰੇਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਸੀ। ਸੋ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਨਾਲ ਹੀ ਜਿਹੜੀ ਚੌਂਕੀ ਸੀ ਉੱਥੇ ਰੱਖਿਆ ਗਿਆ। ਪਰ ਉਸ ਤੋਂ ਬਾਅਦ ਜਿਹੜੀ 3 ਵਜੇ ਤੱਕ ਪੂਰਨ ਤੌਰ ਤੇ ਕਹਿ ਸਕਦੇ ਆ ਕਿ ਸਫ਼ਰ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਤੇ ਮੰਤਰੀਆਂ ਦੇ ਵੱਲੋਂ, ਤੇ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਰਾਤ ਕੱਢੀ ਹੈ। ਤੇ ਹੁਣ ਥੋੜੀ ਦੇਰ ਦੇ ਵਿੱਚ ਕਾਫਲਾ ਜਿਹੜਾ ਲਖੀਮਪੁਰ ਦੇ ਲਈ ਜਿੱਥੋਂ ਜਾਣਾ ਚਾਹੁੰਦੇ ਸੀਗੇ ਨਵਜੋਤ ਸਿੱਧੂ ਤੇ ਹੋਰ ਮੰਤਰੀ, ਉਹਨਾਂ ਦੇ ਵੱਲੋਂ ਉੱਥੇ ਰਵਾਨਗੀ ਹੋਏਗੀ ਔਰ ਪੀੜਤ ਪਰਿਵਾਰਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੁਲਾਕਾਤ ਕਰਾਂਗੇ ਔਰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਜਾਵੇਗਾ ਔਰ ਲਗਾਤਾਰ ਇਨਸਾਫ ਦੀ ਗੱਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਜੇਕਰ ਇਸ ਤਰ੍ਹਾਂ ਦੇ ਨਾਲ ਹੁਣ ਇਸ ਮਾਮਲੇ ਨੂੰ ਛੱਡ ਦਿੱਤਾ ਗਿਆ ਤਾਂ ਹਮੇਸ਼ਾ ਤੋਂ ਆਪਣੇ ਜਿਹੜੀ ਕਾਰਵਾਈ ਹੈ ਜਿਵੇਂ ਕਰਦੀ ਆਈ ਹੈ ਤਾਂ ਉਵੇਂ ਹੀ ਕਰਦੀ ਰਹੇਗੀ। ਔਰ ਜ਼ਿਆਦਾ ਅਪਡੇਟ ਹੈ ਰੋਹਿਤ ਬਾਂਸਲ ਨੇ ਸਾਡੇ ਨਾਲ। ਰੋਹਿਤ, ਕੀ ਕੁਝ ਅਪਡੇਟ ਹੈ? 10 ਵਜੇ ਦਾ ਸਮਾਂ ਤੁਸੀਂ ਦੇ ਰਹੇ ਸੀ ਪਹਿਲਾਂ ਕਿ ਰਵਾਨਗੀ ਹੋਵੇਗੀ, ਹੁਣ ਕੀ ਕੁਝ ਅਪਡੇਟ? ਜੀ ਗੁਰਜੋਤ, ਬਿਲਕੁਲ 8 ਤੋਂ 9 ਵਜੇ ਦੇ ਕਰੀਬ ਜਿਹੜੀ ਇੱਥੋਂ ਰਵਾਨਗੀ ਉਹ ਕਰ ਦਿੱਤੀ ਜਾਏਗੀ ਔਰ ਇਸ ਤੋਂ ਬਾਅਦ ਜਿਹੜਾ ਉੱਤਰਾਖੰਡ ਤੋਂ ਬਾਅਦ ਯੂਪੀ ਦੇ ਵਿੱਚ ਇੱਕ ਵਾਰ ਫਿਰ ਐਂਟਰ ਜਿਹੜਾ ਕਾਫਲਾ ਹੋਏਗਾ ਔਰ ਕਰੀਬ ਕਿਉਂਕਿ 4-5 ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਤਮਾਮ ਜਿਹੜੇ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨੀ ਹੈ ਤਾਂ ਕਰੀਬ ਸ਼ਾਮ ਤੱਕ ਦਾ ਜਿਹੜਾ ਸਮਾਂ ਹੈਗਾ ਉਹ ਨਵਜੋਤ ਸਿੰਘ ਸਿੱਧੂ ਨੂੰ ਇਸੇ ਏਰੀਏ ਦੇ ਵਿੱਚ ਹੀ ਗੁਜ਼ਰੇਗਾ, ਕਿਉਂਕਿ ਅਲੱਗ-ਅਲੱਗ ਏਰੀਏ ਦੇ ਲੋਕ ਨੇ, ਅਲੱਗ-ਅਲੱਗ ਪਿੰਡਾਂ ਦੇ ਲੋਕ ਨੇ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਾ ਤੇ ਇਸੇ ਕਰਕੇ ਜਿਹੜਾ ਸਮਾਂ ਉਹ ਲੱਗ ਸਕਦਾ। ਪਰ ਫਿਲਹਾਲ ਨਵਜੋਤ ਸਿੰਘ ਸਿੱਧੂ ਇੱਥੇ ਬਾਜਪੁਰ ਦੇ ਵਿੱਚ ਜਿਹੜਾ ਸ਼ਹੀਦ ਊਧਮ ਸਿੰਘ ਨਗਰ ਹੈ ਉੱਤਰਾਖੰਡ ਦੇ ਵਿੱਚ ਉੱਥੇ ਰੁਕੇ ਹੋਏ ਨੇ ਤੇ ਹੁਣ ਤੋਂ ਥੋੜੀ ਦੇਰ ਬਾਅਦ ਜਿਹੜਾ ਇੱਥੋਂ ਰਵਾਨਾ ਹੋਣਗੇ ਤੇ ਉਸ ਤੋਂ ਬਾਅਦ ਜਿਹੜੇ ਚਾਲੇ ਨੇ ਉਹ ਯੂਪੀ ਦੇ ਵੱਲ ਪਾਏ ਜਾਣਗੇ ਔਰ ਯੂਪੀ ਦੇ ਬਕਾਇਦਾ ਤੌਰ ਤੇ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਗਾਈਡ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਲਿਜਾਇਆ ਜਾ ਰਿਹਾ ਔਰ ਤਮਾਮ ਜਿਹੜੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਮੁਲਾਕਾਤ ਹੈਗੀ ਉਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਜਾਏਗੀ। ਤਾਂ ਹੁਣ ਤੋਂ ਥੋੜੀ ਦੇਰ ਦੇ ਵਿੱਚ ਜਿਹੜੇ ਕਾਫਲੇ ਨੇ ਉਹ ਇੱਥੋਂ ਰਵਾਨਾ ਹੋ ਜਾਣਗੇ ਤਾਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਸ ਪਾਸੇ ਨੂੰ ਕਾਫਲੇ ਜਾਂਦੇ ਨੇ। ਸਭ ਤੋਂ ਪਹਿਲਾਂ ਕਿਹੜੇ ਪਰਿਵਾਰ ਦੇ ਨਾਲ ਨਵਜੋਤ ਸਿੰਘ ਸਿੱਧੂ ਔਰ ਜਿਹੜਾ ਬਾਕੀ ਡੈਲੀਗੇਟ ਪਹੁੰਚਿਆ ਹੋਇਆ ਉਹ ਕਿਸ ਦੇ ਨਾਲ ਮੁਲਾਕਾਤ ਸਭ ਤੋਂ ਪਹਿਲਾਂ ਕਰੇਗਾ। ठीक है रोहित, फिलहाल शुक्रिया बहुत तमाम जानकारी दे और लगातार अपडेट जी थोड़े तो लेंदे रहांगे क्योंकि एक काफिला जो थोड़ी देर दे विच रवाना होएगा। हालांकि पहला 10 वजे का समा दिता जा रहा सी पर समा जरूर लगेगा, खास तौर पर पहला लखीमपुर पहुंचने के लिए और उस तो बाद परिवारों के नाल मुलाकात के लिए। सो समय सिर ही जी है रवानगी इस काफिले के वलों की जाएगी और खास तौर पर रात के 3 वजे तक सफर जो उत्तराखंड तक का करते रहे हैं नवजोत सिंह सिद्धू ते बाकी दे होर विधायक और मंत्री। सो हुण वेखना होएगा कि कितनी देर दे विच रवानगी और किस तरह के नाल सफर रहन वाला है, क्योंकि उतो जेकर गल की जाए तो मोहाली तो मिथ के आए ने नवजोत सिंह सिद्धू। बेशक सानू रोकया जाए पर असी मुलाकात तो बिना वापस नहीं परतांगे। और नाल ही जिहड़े मंत्री सीगे साबका कैबिनेट मंत्री सुंदर श्याम अरोड़ा भी कहते नजर आ रहे थे कि आखिरकार असी अपने 15 दिन के कपड़े जिहड़े ने वो नाल लैके आए हैं, बेशक सानू कितना भी समा रुकना पै जाए पर असी मुलाकात करके ही वापस परतांगे। सो वेखण वाला जिहड़ा वो सारा हुण वेखण वाला ये तस्वीरां रहन वालियां ने कि आखिरकार कितनी देर दे विच काफला रवाना होएगा। तो उधर श्रोमणी अकाली दल का वफद भी लखीमपुर के लिए रवाना होएगा। दिल्ली एयरपोर्ट तो उड़ान जी है भरी जाएगी। लखनऊ तो सड़क के रस्ते लखीमपुर जाएगा वफद। हरसिमरत कौर बादल की अगवाई के वफद जा रहा है। बलविंदर सिंह भुंदड़ ने नाल, प्रेम सिंह चंदूमाशा ने वो भी मौजूद ने और इस तो इलावा पीड़ित परिवार के नाल जी है वो मुलाकात के लिए वफद के वालों मुलाकात की जाएगी। पहला भी वफद गया सी, दूजा ये वफद हैगा जिहड़ा मुलाकात के लिए पहुंचेगा क्योंकि सारियां ही विरोधी पार्टियां दे वल्लों किसानां दे नाल मुलाकात की जा रही है। जिस तरह दे नाल उत्थे हालात बने लखीमपुर दे विच किसानां दी भी मौत हुई है और बीजेपी दे वर्कर जिहड़े ने वो भी मारे गए ने। इस तो इलावा एक पत्रकार की भी मौत हुई है। सो अकाली दल का वफद भी लखीमपुर के लिए रवाना होएगा। दिल्ली एयरपोर्ट तो उन्होंने वालों उड़ान जी भरी जाएगी। लखनऊ तो लैके सड़क के रस्ते ही लखीमपुर ये वफद जो जाएगा क्योंकि हुण इजाजत मिल चुकी है। पहला किसी भी विरोधी पार्टी जी उत्थे जाने की इजाजत नहीं सी दी जा रही पर पुलिस प्रशासन के मुताबिक सिर्फ सुरक्षा के मद्देनज़र ही ये ऐलान किया गया सी। पर हुण किते ना किते माहौल ठीक है और हालात तनावपूर्ण नहीं है, कंट्रोल दे विच ने। सो जिस तो बाद इन्हां नूं इजाजत मिली है। हुण दस दईए हरसिमरत कौर बादल की अगवाई दे विच वफद जा रहे हैं। ਅਸੀਂ उत्तर प्रदेश के लखीमपुर खीरी खेतर ਨੂੰ ਜਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਫਦ ਆ
ਪੀੜਤ ਪਰਿਵਾਰ ਜਿਹੜੇ ਨੇ ਲਖੀਮਪੁਰ ਦੀ ਘਟਨਾ ਦੇ ਵਿੱਚ ਜੋ 4 ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮਦਰਦੀ ਦਾ ਇਜ਼ਹਾਰ ਕਰਨ ਲਈ ਮੇਰੇ ਨਾਲ ਭੁੱਦੜ ਸਾਹਿਬ ਨੇ, ਬੀਬੀ ਜਗੀਰ ਕੌਰ ਨੇ, ਹਰਸਿਮਰਤ ਕੌਰ ਬਾਦਲ ਨੇ, ਸਾਹਿਬ ਬਿਕਰਮ ਸਿੰਘ ਮਜੀਠੀਆ ਨੇ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡੈਲੀਗੇਸ਼ਨ ਆ ਉਹ ਪਰਿਵਾਰਾਂ ਨਾਲ ਹਮਦਰਦੀ ਲਈ ਜਾ ਰਿਹਾ। तो साफ तौर पर ਜਿਹੜੀ ਤਸਵੀਰ ਹੈ ਉਹ ਨਜ਼ਰ ਆ ਰਹੀ ਹੈ। ਸਾਰੇ ਵਿਰੋਧੀ ਪਹੁੰਚ ਰਹੇ ਨੇ ਲਖੀਮਪੁਰ ਕਾਂਡ ਨੂੰ ਲੈ ਕੇ ਐਕਸ਼ਨ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਮੰਤਰੀ ਅਜੇ ਮਿਸ਼ਰਾ ਦੇ ਘਰ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ। ਪੁਲਿਸ ਨੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਾਜ਼ਰ ਹੋਣ ਦੀ ਲਈ ਕਿਹਾ। ਅੱਜ ਸਵੇਰੇ 10 ਵਜੇ ਪੁਲਿਸ ਲਾਈਨ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਲਖੀਮਪੁਰ ਕਾਂਡ ਦਾ ਮੁੱਖ ਮੁਲਜ਼ਮ ਹੈ ਆਸ਼ੀਸ਼ ਮਿਸ਼ਰਾ, ਅਜੇ ਤੱਕ ਪੁਲਿਸ ਦੀ गिरफ्त ਤੋਂ ਬਾਹਰ ਹੈ और पुलिस ने कल 2 मुलजमां ਨੂੰ गिरफ्तार किया है। लवकुश राणा और आशीष पांडे की गिरफ्तारी जी हो चुकी है और खास तौर पर जेकर अजय मिश्रा की गल करते हैं तो नोटिस चिपकाया गया है जो तुसीं तस्वीरां दे विच भी वेख सकते हो और इस दे मुताबिक 10 बजे पेश होने के हुक्म ने। केंद्रीय गृह राज्य मंत्री अजय मिश्रा यानी टेनी मिश्रा के घर पर नोटिस चस्पा हो गई है। नोटिस चस्पा हुई है आशीष मिश्रा के लिए जो रिजर्व पुलिस लाइन की जो विशेष शाखा है वहां उपस्थित हों और उपस्थित होकर अपना जवाब दें। और देखिए यहां नोटिस चस्पा हो गई। क्या करने आए सर बताइए? भाई साहब बताइए क्या प्लीज आप सीनियर अधिकारियों से पूछिए। नोटिस तक तामीला करने आए हैं। चस्पा करने आए ना, तो देखिए ये नोटिस बकायदा चस्पा हो गई है। ये हम दिखाते हैं। तिकोनिया जनपद खीरी संज्ञान में है कि प्रकट के निर्देश के तहत 8/10/2021 को 10 बजे तक रिजर्व पुलिस लाइन खीरी में उपस्थित होकर इलेक्ट्रॉनिक साक्ष्य प्रस्तुत करें। यानी जो उनके अगल बगल के जो गवाह हैं धारा 107, 43, 48, 29, 19, 302, 120 ये धाराएं हैं और बकायदा आप देख सकते हैं कि नोटिस चस्पा हो गई है। जो पुलिसकर्मी थे वो सीधे तौर पर आए। उनका कहना है कि इस मामले में बड़े अधिकारी बोलेंगे, लेकिन ये अपने आप में बड़ी बात है कि केंद्रीय गृह राज्य मंत्री के घर पर नोटिस चस्पा हो गई है। वजह है उनके बेटे आशीष मिश्रा जिनके ऊपर धारा 147 से लेकर 302 तक 304A तक सभी धाराएं लगी हैं क्योंकि पुलिस अब उन्हें ढूंढ रही है और वो अपना बयान दर्ज नहीं करा रहे हैं। तो अब बाकायदा उन्हें नोटिस दे दी गई है कि वो पहुंचे पुलिस लाइन में और विशेष अपराध शाखा में अपना बयान दर्ज कराएं। अगर ऐसा नहीं करते हैं तो पुलिस फिर आगे की कार्रवाई शुरू करेगी। वीडियो जर्नलिस्ट अखिलेश साथ अजीत सिंह, न्यूज 18 लखीमपुर खीरी। सो की कुछ अपडेट हैगी है और सिद्धा चलते हैं लखीमपुर तो पत्रकार ने साढ़े नाल अजीत सिंह ज्यादा जानकारी दीजिए। अजीत, अगर बात की जाए तो क्या कुछ यहाँ पर अपडेट है क्योंकि काफिले विरोधी धीरों के लगातार यहाँ पर पहुंच रहे हैं और दूसरे तरफ अगर पुलिस प्रशासन की बात की जाए तो उनकी तरफ से भी ये नोटिस चिपकाया गया। अभी तक का क्या कुछ अपडेट है? देखिए बिल्कुल गुरजीत, लखीमपुर कांड में अब जांच में और तेजी लाई गई है। पुलिस की तरफ से एक हेल्पलाइन नंबर भी जारी किया गया है जिसमें कहा गया कि कोई भी वीडियो घटना से जुड़ा कोई भी साक्ष्य जो भी देगा उसका नाम और पता गोपनीय रखा जाएगा और कार्रवाई की जाएगी। इसके साथ ही नवजोत सिंह सिद्धू आ रहे हैं, कल आपने देखा कि अखिलेश यादव आए और एक अपडेट है कि लखीमपुर खीरी में इंटरनेट सेवाएं बहाल कर दी गई। इसके साथ एक पर्यवेक्षण समिति डीजीपी मुकुल गोयल ने बनाया जिसमें 9 सदस्यीय जो अधिकारी हैं वो होंगे। डीआईजी उपेंद्र अग्रवाल इसको लीड कर